ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਆਪ ਜੀ ਸਰਵਣ ਕਰੋਗੇ ਸੌ ਸਾਖੀ ਦਾ ਪਹਿਲਾ ਪ੍ਰਸੰਗ। ਸੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 9ਵੇਂ ਪਾਤਸ਼ਾਹ ਗੁਰੂ ਕੇ ਬਾਗ ਘੁੱਕੇ ਵਾਲੀ, ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੈ, ਦੀਵਾਨ ਸਜਾ ਕੇ ਬੈਠੇ ਸਨ। ਉੱਥੇ ਉਹਨਾਂ ਕੋਲ ਇੱਕ ਪੰਡਿਤ ਜੋਤਸ਼ੀ ਨੇ ਆ ਕੇ ਬੇਨਤੀ ਕਰੀ ਕਿ ਗੁਰੂ ਜੀ, ਮੈਂ ਜੋਤਿਸ਼ ਵਿੱਦਿਆ ਜਾਣਦਾ ਹਾਂ। ਗੁਰੂ ਜੀ ਨੇ ਦੇਖਿਆ ਕਿ ਬ੍ਰਾਹਮਣ ਹੈ, ਚੱਲ ਕੇ ਦਰ 'ਤੇ ਆਇਆ ਹੈ। ਉਹਨਾਂ ਨੇ ਆਦਰ ਮਾਣ ਦਿੱਤਾ ਅਤੇ ਰਹਿਣ ਲਈ ਜਗ੍ਹਾ ਦੇ ਦਿੱਤੀ। ਉਸ ਤੋਂ ਕੁਝ ਦਿਨਾਂ ਬਾਅਦ ਕੀ ਹੋਇਆ ਕਿ ਉਹ ਪੰਡਿਤ ਮਾਤਾ ਜੀ ਦੇ ਦਰਸ਼ਨਾਂ ਨੂੰ ਮਹਿਲਾਂ ਵਿੱਚ ਗਿਆ ਅਤੇ ਬੇਨਤੀ ਕੀਤੀ ਜਾ ਕੇ ਕਿ ਮਾਤਾ ਜੀ, ਮੈਂ ਜੋਤਸ਼ੀ ਹਾਂ। ਮਾਤਾ ਜੀ ਨੇ ਸਹਿਜ ਸੁਭਾਅ ਪੁੱਛਿਆ, ਹੇ ਪੰਡਿਤ, ਜੋਤਿਸ਼ ਤੇਰਾ ਕੀ ਕਹਿੰਦਾ ਹੈ? ਤਾਂ ਪੰਡਿਤ ਦੇਵੀ ਦਾਸ ਨੇ ਆਪਣੀ ਵਿੱਦਿਆ ਅਨੁਸਾਰ ਗ੍ਰਹਿ ਵਿਚਾਰੇ, ਭਾਵ ਜਿਵੇਂ ਇਹ ਵਿਚਾਰ ਕੇ ਦੱਸਦੇ ਆ ਨਾ ਪੰਡਿਤ, ਉਸ ਤਰ੍ਹਾਂ ਉਸਨੇ ਆਪਣੀ ਵਿੱਦਿਆ ਦੇ ਅਨੁਸਾਰ ਗ੍ਰਹਿ ਵਿਚਾਰੇ ਅਤੇ ਕਹਿਣ ਲੱਗਾ, ਤੁਹਾਡੇ ਲੇਖਾਂ ਵਿੱਚ ਅੰਸ਼ ਨਹੀਂ ਹੈ। ਫਿਰ ਮਾਤਾ ਜੀ ਨੇ ਉਸ ਨੂੰ ਰੁਖਸਤ ਕਰ ਦਿੱਤਾ ਅਤੇ ਬਾਅਦ ਵਿੱਚ ਉਹਨਾਂ ਦੇ ਮਨ ਵਿੱਚ ਚਿੰਤਾ ਉਪਜੀ ਕਿ ਇਹ ਕਿੰਝ ਹੋ ਸਕਦਾ ਹੈ। ਕੁਝ ਦਿਨ ਉਪਰੰਤ ਮਾਤਾ ਜੀ ਨੇ ਗੁਰੂ ਜੀ ਕੋਲ ਅਰਜ਼ ਕਰੀ, ਹੇ ਸੱਚੇ ਪਾਤਸ਼ਾਹ, ਪੁੱਤਾਂ ਦਾ ਉਪਾਵ ਹੋਵੇ, ਭਾਵ ਅੰਸ ਬੰਸ ਵਧੇ। ਤਾਂ ਗੁਰੂ ਜੀ ਨੇ ਵਚਨ ਕੀਤਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਵਾਓ ਅਤੇ ਕੜਾਹ ਪ੍ਰਸ਼ਾਦ ਕਰਵਾ ਕੇ ਅਰਦਾਸ ਕਰੋ। ਅੱਗੇ ਸਤਿਗੁਰਾਂ ਨੇ ਬਚਨ ਕੀਤਾ ਕਿ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਨੇ ਨਿਰੰਕਾਰ ਜੀ ਦਾ ਬਹੁਤ ਭਜਨ ਕੀਤਾ ਹੈ। ਸੋ ਉਹਨਾਂ ਦੀ ਕਿਰਪਾ ਸਦਕੇ ਨਿਰੰਕਾਰ ਜੀ ਤੁਹਾਡੇ ਸਰੀਰ ਤੋਂ ਸਾਹਿਬਜ਼ਾਦਾ ਬਖਸ਼ਣਗੇ। ਫਿਰ ਮਾਤਾ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਵਾਇਆ ਅਤੇ ਫਿਰ ਕੁਝ ਸਮੇਂ ਬਾਅਦ ਸਤਿਗੁਰਾਂ ਦੇ ਬਚਨ ਅਨੁਸਾਰ ਮਾਤਾ ਜੀ ਦੇ ਸਰੀਰ ਅੰਦਰ ਸਾਹਿਬਜ਼ਾਦਾ ਜੀ ਦਾ ਆਸਵਾਨ ਸਥਿਤ ਹੋਇਆ। ਵੈਸਾਖ ਸੁਦੀ 2 ਸੰਮਤ 1723 ਮਾਤਾ ਜੀ ਦੀ ਦੇਹ ਵਿਖੇ ਕੋਈ ਰੋਗ ਨਾ ਰਿਹਾ। ਬਹੁਤ ਪ੍ਰਸੰਨਤਾ ਹੋਈ। ਗੁਰੂ ਕੇ ਬਾਗ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 5 ਮਹੀਨੇ ਰਹੇ। ਫਿਰ ਗੁਰੂ ਜੀ ਨੇ ਮਾਤਾ ਜੀ ਨੂੰ ਹੁਕਮ ਕੀਤਾ ਕਿ ਅਸਾਂ ਪਟਨੇ ਸ਼ਹਿਰ ਵਿੱਚ ਤਪ ਕੀਤਾ ਸੀ, ਸੋ ਸਾਹਿਬਜ਼ਾਦਾ ਜੀ ਵੀ ਉੱਥੇ ਅਵਤਾਰ ਧਾਰਨਗੇ ਔਰ ਖਾਲਸਾ ਪ੍ਰਗਟ ਕਰਨਗੇ। ਫਿਰ ਇਤਨਾ ਹੁਕਮ ਸੁਣ ਕੇ ਮਾਤਾ ਜੀ ਅਤੇ ਬਖਤਾ ਮੱਲ ਹੋਰ ਸਿੱਖ ਸੰਗਤਾਂ ਭਗਤਾਂ ਅਰਜ਼ ਕਰੀ, ਹੇ ਗੁਰੂ ਜੀ, ਤੁਸੀਂ ਕੈਸਾ ਤਪ ਕੀਤਾ ਸੀ? ਕਿਰਪਾ ਕਰਕੇ ਸਾਨੂੰ ਵੀ ਦੱਸਣਾ ਕਰੋ, ਅਸੀਂ ਸੁਣ ਕੇ ਪ੍ਰਸੰਨ ਹੋਵਾਂਗੇ। ਫਿਰ ਗੁਰੂ ਜੀ ਨੇ ਬਚਨ ਕੀਤਾ ਕਿ ਜਦੋਂ ਮਹਿਕਾਸੁਰ ਦੈਂਤ ਦੇਵਤਿਆਂ ਦਾ ਰਾਜ ਖੋਹ ਕੇ ਬਹੁਤ ਹੰਕਾਰੀ ਹੋ ਗਿਆ ਸੀ ਅਤੇ ਇੱਕ ਦਿਨ ਦੇਵੀ ਨਾਲ ਜੰਗ ਹੋਈ, ਉਸਨੇ ਮਨ ਵਿੱਚ ਇਹ ਇੱਛਾ ਧਾਰੀ ਸੀ ਕਿ ਦੇਵੀ ਨੂੰ ਆਪਣੇ ਮਹਿਲਾਂ ਵਿੱਚ ਲਿਜਾ ਕੇ, ਭਾਵ ਉਸ ਨਾਲ ਵਿਆਹ ਕਰਕੇ ਇੱਕ ਬਲੀ ਪੁੱਤਰ ਪੈਦਾ ਕਰਾਂਗਾ। ਸੋ ਯੁੱਧ ਕਈ ਸਾਲ ਚੱਲਦਾ ਰਿਹਾ ਅਤੇ ਇੱਕ ਸਮੇਂ ਦੇਵੀ ਥੱਕ ਗਈ ਅਤੇ ਅਲੋਪ ਹੋ ਗਈ। ਫਿਰ ਦੈਂਤ ਨੇ ਬੜਾ ਖੌਰੂ ਮਚਾਇਆ ਅਤੇ ਦੇਵੀ ਨੂੰ ਲੱਭਣ ਲੱਗ ਗਿਆ। ਗੁਰੂ ਜੀ ਨੇ ਬਚਨ ਕੀਤਾ
ਕਿ ਅਸੀਂ ਗੁਰੂ ਤੇ ਚੇਲਾ ਦੋਵੇਂ ਗੰਗਾ ਨਦੀ ਦੇ ਕਿਨਾਰੇ ਤਪ ਧਾਰ ਕੇ ਬੈਠੇ ਸੀ, ਸ਼ੇਰ ਦੀ ਖਾਲੇ ਉੱਪਰ। ਫਿਰ ਉਸ ਸਮੇਂ ਦੈਂਤਾ ਨੇ ਆਣ ਕੇ ਬੜਾ ਲੋਕਾਂ ਨੂੰ ਦੁੱਖ ਦਿੱਤਾ ਤੇ ਖੌਰੂ ਮਚਾਇਆ ਅਤੇ ਸਾਡੇ ਪਾਸ ਆ ਕਰ ਕਹਿਣ ਲੱਗੇ, ਤੁਸੀਂ ਵੀ ਦੇਵੀ ਦੇ ਨਾਲ ਹੋ, ਦੱਸੋ ਦੇਵੀ ਕਿੱਥੇ ਹੈ। ਫਿਰ ਉਹਨਾਂ ਦੈਂਤਾਂ ਦਾ ਅਹੰਕਾਰ ਤੋੜਨ ਲਈ ਅਸਾਂ ਅਕਾਲ ਪੁਰਖ ਜੀ ਦਾ ਸਿਮਰਨ ਕੀਤਾ ਅਤੇ ਸ਼ੇਰਾਂ ਦੀ ਖੱਲ ਵਾਲੇ ਆਸਣ ਝਾੜ ਦਿੱਤੇ। ਉਹਨਾਂ ਵਿੱਚੋਂ ਐਸੇ ਸ਼ੇਰ ਪੈਦਾ ਹੋਏ, ਉਹਨਾਂ ਸਾਰੇ ਦੈਂਤ ਮਾਰ ਦਿੱਤੇ। ਅਸੀਂ ਫਿਰ ਇਸ਼ਨਾਨ ਕਰਕੇ ਧਿਆਨ ਧਰ ਕੇ ਬੈਠ ਗਏ ਅਤੇ ਜਦੋਂ ਤੱਕ ਅੱਖ ਖੁੱਲ੍ਹੀ ਇੱਕ ਵੀ ਦੈਂਤ ਜਿਉਂਦਾ ਨਜ਼ਰ ਨਹੀਂ ਆਇਆ। ਫਿਰ ਇੱਕਦਮ ਪਿੱਛੇ ਦੇਵੀ ਪ੍ਰਗਟ ਹੋਈ। ਦੈਂਤ ਯੁੱਧ ਕਰਨ ਲਈ ਕੋਈ ਨਜ਼ਰ ਨਾ ਆਇਆ। ਇਹ ਦੇਖ ਕੇ ਦੇਵੀ ਪ੍ਰਸੰਨ ਹੋ ਗਈ ਅਤੇ ਕਹਿਣ ਲੱਗੀ, ਕਲਯੁੱਗ ਵਿੱਚ ਤੇਰਾ ਪੰਥ ਚੱਲੇਗਾ ਔਰ ਮੈਂ ਆਪ ਜੀ ਦੇ ਅੰਗ ਸੰਗ ਰਹਿ ਕੇ ਸੇਵਾ ਕਰਾਂਗੀ, ਕਿਉਂਕਿ ਤੁਸਾਂ ਮੇਰੀ ਰੱਖਿਆ ਕਰੀ ਹੈ। ਉਸ ਤੋਂ ਉਪਰੰਤ ਗੁਰੂ ਜੀ ਅਤੇ ਮਾਤਾ ਜੀ ਸੰਗਤਾਂ ਨੂੰ ਨਿਹਾਲ ਕਰਦੇ ਕਰਦੇ ਪਟਨਾ ਸ਼ਹਿਰ ਵਿਖੇ ਜਾ ਵਿਰਾਜੇ। ਭਾਵ ਇੱਥੋਂ ਤੱਕ ਕਿ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਮਾਤਾ ਜੀ ਨੂੰ ਪ੍ਰਸੰਗ ਸੁਣਾਇਆ ਸੀ। ਹੁਣ ਉਹ ਪਟਨਾ ਸ਼ਹਿਰ ਜਾਣ ਦਾ ਮਨ ਬਣਾਉਣਗੇ। ਸੋ ਉਸ ਤੋਂ ਉਪਰੰਤ ਗੁਰੂ ਜੀ ਅਤੇ ਮਾਤਾ ਜੀ ਸੰਗਤਾਂ ਨੂੰ ਨਿਹਾਲ ਕਰਦੇ ਕਰਦੇ ਪਟਨਾ ਸ਼ਹਿਰ ਵਿਖੇ ਜਾ ਵਿਰਾਜੇ। ਗੰਗਾ ਦੇ ਕਿਨਾਰੇ ਉੱਤਮ ਸਥਾਨ ਜਾਣ ਕਰ ਮਹਿਲਾਂ ਦੀ ਉਸਾਰੀ ਕਰਵਾਈ। ਪਿੱਛੋਂ ਸੁਣ ਕੇ ਢਾਕੇ ਬੰਗਾਲੇ ਦੇ ਸਿੱਖ ਵੀ ਪਟਨੇ ਵਿਖੇ ਆ ਗਏ। ਸੋ ਪੋਹ ਸ਼ੁੱਧੀ ਸਪਤਮੀ ਸੰਮਤ 1723 ਨੂੰ 10ਵੇਂ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ। ਸਭ ਭੂਮ ਲੋਕ ਪਾਤਾਲ ਅਕਾਲ ਦੇਵ ਸਿੱਧ ਗੁਪਤ ਪ੍ਰਗਟ ਪੀਰ ਪੈਗੰਬਰ ਪਸ਼ੂ ਪੰਛੀ ਸ਼ਰਨ ਆ ਕੇ ਦਰਸ਼ਨ ਕਰਨ ਲੱਗੇ ਅਤੇ ਅਕਾਲ ਪੁਰਖ ਜੀ ਨੇ ਆ ਕੇ ਫਿਰ ਫੁੱਲਾਂ ਦੀ ਵਰਖਾ ਕਰੀ ਔਰ ਮੁਖ ਤੋਂ ਇਹ ਬਚਨ ਕਹੇ, ਕਲਗੀਧਰ ਪੰਥ ਕਾ ਬਲੀ ਪ੍ਰਗਟ ਹੋਇਆ ਹੈ, ਸਾਰੀ ਪ੍ਰਿਥਵੀ ਦਾ ਭਾਰ ਉਤਾਰੇਗਾ ਅਤੇ ਜੀਵਾਂ ਦੀ ਰੱਖਿਆ ਕਰੇਗਾ, ਸ਼ੇਰ ਦਾ ਪੰਥ ਚੱਲੇਗਾ, ਗੁਰੂ ਜੀ ਦੇ ਨਾਲ ਸ਼ਕਤੀ ਹਾਜ਼ਰ ਰਹੇਗੀ। ਇਹ ਕਹਿ ਕੇ ਅਲੋਪ ਹੋ ਗਏ। ਫਿਰ 10 ਸਾਲ ਬਾਅਦ 9ਵੇਂ ਪਾਤਸ਼ਾਹ ਪਟਨੇ ਵਿਖੇ ਆਏ, ਕਿਉਂਕਿ ਪਾਤਸ਼ਾਹ ਜੀ ਉਹਨਾਂ ਦੇ ਜਨਮ ਤੋਂ ਪਹਿਲਾਂ ਸੰਗਤਾਂ ਨੂੰ ਨਿਹਾਲ ਕਰਨ ਪਟਨੇ ਵਿਖੋਂ ਚਲੇ ਗਏ ਸੀਗੇ। ਸੋ 9-10 ਸਾਲ ਬਾਅਦ ਉਹ ਵਾਪਸ ਆਏ ਸੀ ਪਟਨਾ ਵਿਖੇ ਔਰ ਵਾਪਸ ਆ ਕਰ ਸਾਹਿਬਜ਼ਾਦਾ ਜੀ ਨੂੰ ਦੇਖ ਕੇ ਬਹੁਤ ਪ੍ਰਸੰਨ ਹੋਏ। ਜਦੋਂ ਗੁਰੂ ਗੋਬਿੰਦ ਰਾਏ 10 ਸਾਲ ਦੇ ਹੋਏ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹੁਕਮ ਕੀਤਾ ਕਿ 4 ਲਿਖਾਰੀਆਂ ਨੂੰ ਬੋਲੋ ਕਿ ਸਾਹਿਬਜ਼ਾਦੇ ਜੋ ਬਚਨ ਕਹਿਣ ਉਹ ਲਿਖਿਆ ਕਰਨ। ਫਿਰ 4 ਲਿਖਾਰੀ ਆ ਕੇ ਹਾਜ਼ਰ ਹੋਏ ਤਾਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਜੋ ਸਿੱਖ ਪੁੱਛਣ ਅਤੇ ਜੋ ਸਾਹਿਬਜ਼ਾਦਾ ਜੀ ਉੱਤਰ ਦੇਣ, ਭਾਵ ਜੋ ਉਹਨਾਂ ਦੀ ਵਾਰਤਾਲਾਪ ਹੋਵੇ ਉਹ ਤੁਸੀਂ ਲਿਖਿਆ ਕਰੋ। ਗੁਰੂ ਗੋਬਿੰਦ ਰਾਏ ਜੀ ਨੇ ਵੱਡੇ ਵੱਡੇ ਅਚਰਜ ਖੇਡ ਖੇਡੇ, ਅਚਰਜ ਕੌਤਕ ਰਚੇ। ਵਾਹਿਗੁਰੂ ਜੀ ਦਾ ਉਪਦੇਸ਼ ਸਿੱਖ ਸੰਗਤਾਂ ਪ੍ਰਤੀ ਕਰਨ ਲੱਗੇ। ਸੋ ਅਗਰ ਆਪ ਜੀ ਸਭ ਸੰਗਤ ਇਸ ਕਥਾ ਦਾ ਪ੍ਰਸੰਗ ਚਰਿੱਤਰ ਆਪ ਪੜ੍ਹਨਾ ਚਾਹੁੰਦੇ ਹੋ ਤਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਬਚਿੱਤਰ ਨਾਟਕ ਦੇ 6ਵੇਂ ਅਧਿਆਏ ਵਿੱਚ ਜਾ ਕੇ ਪੜ੍ਹ ਸਕਦੇ ਹੋ। ਔਰ ਅਗਰ ਆਪ ਜੀ ਸਾਡੇ ਤੋਂ ਸਰਵਣ ਕਰਨਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਰੋ। ਸੋ ਆਪ ਜੀ ਨੇ ਅੱਜ 100 ਸਾਖੀ ਦੀ ਪਹਿਲੀ ਸਾਖੀ ਸਰਵਣ ਕਰੀ ਹੈ। ਅਗਰ ਆਪ ਜੀ ਦੂਸਰੀ ਸਾਖੀ ਸਰਵਣ ਕਰਨੀ ਚਾਹੁੰਦੇ ਹੋ ਤਾਂ ਆਪ ਜੀ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਧੰਨਵਾਦ ਜੀ।
ਪੇਜ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।